कह गावा तू साहिब गुणी निधाना, तुमरी महिमा बरन ना साकों। तू ठाकुर ऊच भगवाना, चेता जियो पिंड सब तेरा। तू अंतर जामी पुरख भगवान, दासन दास कहे जन नानक। जेहा तू कराए तेहा हों करी वखिया। जेहा तू कराए तेहा हों करी वखिया। वाहिगुरु साहिब जी। श्लोक पूरा प्रभ आराध्या, पूरा जाका नाम। नानक पूरा पाया, पूरे की गुण गावो। वाहिगुरु जी का खालसा, वाहिगुरु जी की फतेह। पतत पावन भगत वत्सल, किरपा निदान रूहानियत दे मुजस्मे, कलयुग दे बोहित जुगो जुगे अटल साहिब श्री गुरु ग्रंथ साहिब जी दी पावन पवित्र गोद सतगुरां दे महान पावन पवित्र शहीदी अस्थान गुरुद्वारा सीसगंज साहिब विखे सज बैठी सतगुरां दी साजी निवाजी साध संगत जी। आप जी वडभागी हो, ਸਾਹਿਬਾਨ ਦੀ पावन गोद विच सज के मनुखा जीवन नूं सफलाउण दे लई कुछ समा कुछ सवास गुरु गोद विच बतीत करके जन्म नूं धनता दे योग बना रहे हो। गुरु के हजूरी कीर्तनियां ने अमृतमयी बाणी आशा की वार जिन मानस ते देवते कीए करत न लागी वार दी अमृतमय बाणी सरवण कीती है। उपरंत सतगुरां दी गोद विच बैठ के सिंह साहिब जी ने बड़े प्यार विच बड़ी भावना बड़ी शुद्धता नाल जो सतगुरु जी अज मूल रूप दे विच सानू उपदेश बख्शिश कर रहे ने, उसका मूल पाठ सरवण किया है और कुछ बहुत ज़रूरी बेनतियां भी आप जी नूं कीतियां ने, जिन्हां बेनतियां दे उत्ते असी सारियां ने केंद्रित हो के मिथे प्रोग्रामां दे अनुसार चल रही सेवा दे विच तन मन धन करके अपनियां हाजरियां सेवावां करके गुरु दियां असीसां दे पात्र बनना है। गुरु पातशाह दी रहमत होई अमृतमय बाणी सुखमनी सुख अमृत प्रभ नाम भगत जना कै मन विश्राम। अमृतमय बाणी जो बहुते गुरसिखां दा नितनेम है। सुखमनी साहिब जी दी अखीरली अष्टपदी
24ਵੀਂ ਅਸ਼ਟਪਦੀ ਦਾ ਸ਼ਲੋਕ ਔਰ 2 ਪਦੇ ਆਪ ਜੀ ਨੇ ਸਰਵਣ ਕੀਤੇ ਨੇ, ਜਿਸ ਦੀ ਆਰੰਭਤਾ ਭਾਈ ਸਾਹਿਬ ਜੀ ਨੇ ਸ਼ਲੋਕ ਆਪ ਜੀ ਨੂੰ ਸਰਵਣ ਕਰਵਾਇਆ ਹੈ। ਆਪ ਜੀ ਵਧਾਈ ਦੇ ਪਾਤਰ ਹੋ, ਭਾਵੇਂ ਬਹੁਤ ਬਰਸਾਤ ਹੋ ਰਹੀ ਹੈ, ਪਰ ਫਿਰ ਵੀ ਸਿੱਖ ਦਾ ਗੁਰੂ ਨਾਲ ਕਿਤਨਾ ਪਿਆਰ ਹੈ। ਝੱਖੜ ਝਾਂਗੀ ਮੀਂਹੋਂ ਬਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬਉਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਭਾਵੇਂ ਝੱਖੜ ਝਾਂਗੀ ਮੀਂਹੋਂ ਬਰਸੈ, ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਕਹਿੰਦੇ ਭੀ ਗੁਰ ਦੇਖਣ ਜਾਈ। ਸਿੱਖ ਫਿਰ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦਾ ਹੈ। ਜਦੋਂ ਸਿੱਖ ਆਪਣੇ ਜੀਵਨ ਦੀ ਸ਼ੁਰੂਆਤ ਗੁਰੂ ਦੇ ਦਰਸ਼ਨ ਕਰਕੇ, ਗੁਰੂ ਦਾ ਸਿਮਰਨ ਕਰਕੇ, ਗੁਰੂ ਦੇ ਚਰਨਾਂ ਵਿੱਚ ਅਰਦਾਸ ਇਬਾਦਤ ਕਰਕੇ ਆਰੰਭ ਕਰਦਾ ਹੈ, ਫਿਰ ਗੁਰੂ ਆਪ ਸਿੱਖ ਦੇ ਸਾਖੀ ਹੋ ਕੇ ਸਿੱਖ ਦੇ ਜਿਤਨੇ ਸਾਰੇ ਤਮਾਮ ਕਾਰਜ ਨੇ ਆਪ ਉਹਨਾਂ ਵਿੱਚ ਸਾਖੀ ਹੋ ਕੇ ਸੰਪੂਰਨ ਕਰਦਾ ਹੈ। ਇਸੇ ਲਈ ਆਪਾਂ ਰੋਜ਼ ਕਹਿੰਦੇ ਆ, ਬੇਨਤੀ ਕਰਦੇ ਆ, ਕੀਤਾ ਲੋੜੀਆ ਹੈ ਕੰਮ, ਸੋ ਹਰਿ ਪਹਿ ਆਖੀਐ। ਆਪ ਜੀ ਵਡਭਾਗੀ ਹੋ, ਧੰਨਤਾ ਦੇ ਯੋਗ ਹੋ, ਗੁਰੂ ਚਰਨਾਂ ਵਿੱਚ ਸੱਜ ਬੈਠੇ ਹੋ। ਆਓ ਪਿਆਰ ਸਤਿਕਾਰ ਸਹਿਤ ਰਸਨਾ ਨੂੰ ਪਵਿੱਤਰ ਕਰਨ ਦੇ ਲਈ ਕੋਈ ਵੀ ਰਸਨਾ ਖਾਲੀ ਨਾ ਰਹੇ। ਜਿਤਨੇ ਵੀ ਮਾਈ ਭਾਈ ਗੁਰੂ ਹਜ਼ੂਰ ਸੱਜ ਬੈਠੇ ਹੋ, ਪਿਆਰ ਵਿੱਚ ਭਿੱਜ ਕੇ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਹਾਂਜੀ। ਸ਼ਲੋਕ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਮ। ਗੁਰਦੇਵ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਦੇ ਨੇ ਤੇ ਸ਼ਲੋਕ ਦੀ ਵਿਆਖਿਆ ਅਗਲੇ ਪਦਾਂ ਦੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਸਿੰਘ ਸਾਹਿਬ ਜੀ ਨੇ ਜਦੋਂ ਇਹ ਮੂਲ ਪਾਠ ਆਪਾਂ ਜੀ ਨੂੰ ਸਰਵਣ ਕਰਵਾ ਰਹੇ ਸੀ ਤੇ ਮੰਗਲ ਦੇ ਵਿੱਚ ਇੱਕ ਪੰਕਤੀ ਪੜ੍ਹੀ ਸਤਿਗੁਰਾਂ ਦੀ ਪਿਆਰੀ, ਗੁਰ ਪੂਰਾ ਭੇਟਿਓ ਵਡ ਭਾਗੀ, ਮਨ ਹੈ ਭਇਆ ਪਰਗਾਸਾ। ਮਨ ਹੈ ਤੋਂ ਭਾਵ ਮਨ ਦੇ ਵਿੱਚ ਆਤਮ ਪ੍ਰਕਾਸ਼ ਹੋ ਗਿਆ, ਆਨੰਦਿਤ ਹੋ ਗਿਆ। ਆਤਮ ਆਨੰਦ ਦੀ ਪ੍ਰਾਪਤੀ ਹੋਈ ਕਦੋਂ? ਕਹਿੰਦੇ ਜਦੋਂ ਗੁਰ ਪੂਰਾ ਭੇਟਿਓ ਵੱਡ ਭਾਗੀ। ਵੱਡ ਭਾਗੀ ਵੱਡੇ ਭਾਗਾਂ ਦੁਆਰਾ ਜਦੋਂ ਪੂਰਾ ਗੁਰੂ ਭੇਟਿਆ, ਮਿਲਿਆ, ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋਈ, ਪੂਰੇ ਗੁਰੂ ਦਾ ਮਿਲਾਪ ਹੋਇਆ, ਤਦੋਂ ਮਨ ਵਿੱਚ ਪ੍ਰਕਾਸ਼ ਤੇ ਆਨੰਦ ਹੋਇਆ। ਇਹਦਾ ਮਤਲਬ ਹੈ ਕਿ ਗੁਰੂ ਅਧੂਰਾ ਵੀ ਹੁੰਦਾ ਹੈ। ਇੱਥੇ ਸਤਿਗੁਰੂ ਜੀ ਗੁਰਪੂਰਾ ਸ਼ਬਦ ਵਰਤ ਰਹੇ ਨੇ, ਪੂਰਾ ਪ੍ਰਭ ਆਰਾਧਿਆ। ਜਿਸ ਨੇ ਪੂਰਾ ਪ੍ਰਭੂ ਆਰਾਧਿਆ, ਕਿਉਂਕਿ ਪੂਰਾ ਤੇ ਅਧੂਰਾ, ਜਿਵੇਂ ਦਿਨ ਤੇ ਰਾਤ, ਜਨਮ ਤੇ ਮੌਤ, ਸਰਦੀ ਤੇ ਗਰਮੀ, ਭੁੱਖ ਤੇ ਇਹ ਜਿਤਨੇ ਵੀ ਸਾਰੇ ਸ਼ਬਦ ਨੇ ਅਪੋਜਿਟ ਨੇ। ਇਹਦਾ ਮਤਲਬ ਜੇ ਗੁਰੂ ਪੂਰਾ ਹੈ ਤੇ ਅਧੂਰੇ ਵੀ ਗੁਰੂ ਕਈ ਹੁੰਦੇ ਨੇ। ਕਈ ਆਪਣੇ ਆਪ ਨੂੰ ਬਿਨ ਗੁਣ ਗੁਰੂ ਸਦਾਈ ਦਾ ਕੌਣ ਕਰੇ ਆਦੇਸ਼। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਸ਼ਬਦ ਨੇ ਵੀ ਬਿਨਾਂ ਗੁਣਾਂ ਤੋਂ ਆਪਣੇ ਆਪ ਨੂੰ ਗੁਰੂ ਸਦਾਉਂਦੇ ਨੇ, ਵੀ ਕੌਣ ਉਹਨਾਂ ਨੂੰ ਨਮਸਕਾਰ ਕਰੇਗਾ। ਪੂਰੇ ਗੁਰੂ ਤੇ ਅਧੂਰੇ ਗੁਰੂ ਦੇ ਵਿੱਚ ਅੰਤਰ ਹੈ, ਕਿਉਂਕਿ ਪੂਰੇ ਗੁਰੂ ਦੇ ਵਿੱਚ 6 ਗੁਣ ਨੇ ਤੇ ਜੀਵ ਦੇ ਵਿੱਚ 6 ਔਗਣ ਨੇ। ਤੇ ਹੁਣ ਜਿਹੜੇ ਪੁਰਾਣਾ ਧਾਰੀ ਜੀਵ ਨੇ, 5 ਤੱਤਾਂ ਦਾ ਸਰੀਰ ਲੈ ਕੇ ਵਿਚਰ ਰਹੇ ਨੇ, ਉਹ ਵੀ ਆਪਣੇ ਆਪ ਨੂੰ ਕਈ ਵਾਰੀ ਗੁਰੂ ਖਵਾਉਣਾ ਸ਼ੁਰੂ ਕਰ ਦਿੰਦੇ ਨੇ। ਬਹੁਤ ਸਾਰੇ ਡੇਰੇਦਾਰ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ। ਖਿਮਾ ਕਰਨੀ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, ਜੋ ਸਿਧਾਂਤਕ ਸ਼ਬਦ ਉਹ ਬੇਨਤੀ ਕਰ ਰਿਹਾ। ਉਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਨੇ,
ਪਰ ਉਹਨਾਂ ਵਿੱਚ ਗੁਰੂ ਵਾਲੇ ਕੋਈ ਗੁਣ ਨਹੀਂ ਹਨ। ਪੂਰੇ ਗੁਰੂ ਵਿੱਚ ਕੀ ਗੁਣ ਹੁੰਦੇ ਨੇ? 6 ਗੁਣ ਹੁੰਦੇ ਨੇ ਪਰਮਾਤਮਾ ਈਸ਼ਵਰ ਵਿੱਚ। ਮਾਇਆ ਸਬਲ ਕਰਕੇ ਜੋ ਈਸ਼ਵਰ ਪਰਮਾਤਮਾ ਹੈ ਉਹਦੇ ਵਿੱਚ 6 ਗੁਣ ਨੇ, ਖੱਟ ਗੁਣ ਨੇ। ਕਿਹੜੇ ਨੇ? ਜੀਵ ਨੂੰ ਪੈਦਾ ਕਰਨਾ, ਜੀਵ ਦੀ ਪਾਲਣਾ ਕਰਨੀ ਤੇ ਜੀਵ ਦੀ ਲੈਤਾ ਅੰਤ ਕਰਨਾ, ਅੰਤਰਜਾਮਤਾ, ਜੀਵ ਨੂੰ ਕਰਮਾਂ ਦੇ ਅਨੁਸਾਰ ਫਲ ਦੇਣਾ ਤੇ ਜੂਨਾਂ ਦੀ ਤਬਦੀਲੀ ਕਰਨੀ। ਇਹ ਪੂਰੇ ਗੁਰੂ ਦੇ ਵਿੱਚ, ਈਸ਼ਵਰ ਦੇ ਵਿੱਚ ਗੁਣ ਨੇ। ਤੇ ਜੀਵ ਦੇ ਵਿੱਚ ਕੀ ਔਗਣ ਨੇ? ਜੀਵ ਜਿਹੜਾ ਹੈ ਨਾ ਉਹ ਜੰਮਣ ਤੇ ਮਰਨ ਦੇ ਵਿੱਚ ਹੈ। ਗੁਰੂ ਜੰਮਣ ਤੇ ਮਰਨ ਦੇ ਵਿੱਚ ਨਹੀਂ, ਅਜੂਨੀ ਹੈ, ਜਨਮਾਂ ਤੋਂ ਰਹਿਤ ਹੈ ਗੁਰੂ। ਨਾ ਤਿਸ ਮਾਏ ਨਾ ਬਾਪ ਕਿਨ ਤੂੰ ਜਾਇਆ, ਉਹਦਾ ਕੋਈ ਮਾਤਾ ਪਿਤਾ ਹੀ ਨਹੀਂ। ਇਸ ਲਈ ਜਿਹੜਾ ਜੀਵ ਹੈ ਇਹ ਜੰਮਣ ਤੇ ਮਰਨ, ਇਹ ਸਥੂਲ ਸਰੀਰ ਦਾ ਕਰਮ ਹੈ। ਜਿਹੜਾ ਸਾਡਾ ਸਰੀਰ ਹੈ ਇਸ ਨੂੰ ਸਥੂਲ ਸਰੀਰ ਕਹਿੰਦੇ ਨੇ। ਫਿਰ ਭੁੱਖ ਤੇ ਇਹ ਸਾਡੇ ਪ੍ਰਾਣਾਂ ਦਾ ਕਰਮ ਹੈ। ਔਰ ਹਰਖ ਤੇ ਸੋਗ ਇਹ ਮਨ ਦਾ ਕਰਮ ਹੈ, ਮਨ ਦਾ ਪ੍ਰਭਾਵ ਹੈ। ਇਹ ਔਗਣ ਨੇ ਜੀਵ ਦੇ ਵਿੱਚ, ਤੇ ਜਿਹਦੇ ਵਿੱਚ ਔਗਣ ਹੋਣ ਉਹ ਕਦੇ ਪੂਰਾ ਨਹੀਂ ਹੋ ਸਕਦਾ, ਕਿਉਂਕਿ ਉਹਦੇ ਵਿੱਚ ਤਾਂ ਖੋਟ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਦੱਸੋ ਕਿ ਪੂਰੇ ਗੁਰ ਦੇ ਵਿੱਚ ਕੀ ਗੁਣ ਹੁੰਦੇ ਨੇ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜੀਆਂ ਪਿਆਰੀਆਂ ਪੰਕਤੀਆਂ ਕਈਆਂ ਨੇ ਵਾਰਾਂ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਪੂਰਾ ਸਤਿਗੁਰ ਆਪ ਨਾ ਅਲਖ ਲਖਾਵਈ, ਦੇਖੇ ਥਾਪਿਓ ਥਾਪ ਜੋ ਤਿਸ ਭਾਵਈ, ਲੇਪ ਨਾ ਪੁੰਨ ਨਾ ਪਾਪ। ਭਾਈ ਸਾਹਿਬ ਕਹਿੰਦੇ ਲੇਪ ਨਾ ਪੁੰਨ ਨਾ ਪਾਪ, ਜਿਉ ਉਪਾਵਈ। ਲੇਪ ਨਾ ਲਾਗੋ, ਉਸ ਨੂੰ ਕੋਈ ਲੇਪ ਨਹੀਂ ਲੱਗਦਾ ਪਾਪ ਤੇ ਪੁੰਨ ਦਾ। ਜਿਹੜਾ ਪੂਰਾ ਗੁਰੂ ਹੈ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਆਪਾ ਨਹੀਂ ਜਣਾਉਂਦਾ ਹੈ, ਉਹ ਕਦੇ ਆਪਾ ਨਹੀਂ ਜਣਾਉਂਦਾ ਹੈ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਜੀਵਾਂ ਨੂੰ ਪੈਦਾ ਕਰਦਾ ਹੈ, ਜੀਵਾਂ ਦੀ ਲੈਤਾ ਕਰਦਾ ਹੈ। ਕਿਸੇ ਨੂੰ ਪੈਦਾ ਕਰਨਾ, ਕਿਸੇ ਨੂੰ ਮਾਰਨਾ, ਇਹਦਾ ਜਿਹੜਾ ਪੁੰਨ ਤੇ ਪਾਪ ਹੈ ਨਾ, ਇਹ ਪੂਰੇ ਗੁਰੂ ਤੇ ਲਾਗੂ ਨਹੀਂ ਹੁੰਦਾ ਹੈ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਉਸ ਨੂੰ ਕੋਈ ਵਰ ਤੇ ਸਰਾਪ ਵੀ ਨਹੀਂ ਲੱਗਦਾ ਹੈ, ਕਿਉਂਕਿ ਉਹ ਸੁਤੰਤਰ ਹੈ, ਉਹ ਤੇ ਆਪ ਸਰਬ ਸ਼ਕਤੀਮਾਨ ਹੈ। ਇਸ ਕਰਕੇ ਜਿਹੜਾ ਪੂਰਾ ਗੁਰੂ ਹੈ ਨਾ, ਪੂਰੇ ਗੁਰੂ ਦੀ ਆਰਾਧਨਾ ਕਰਨੀ ਹੈ, ਪੂਰੇ ਗੁਰੂ ਦੇ ਲੜ ਲੱਗਣਾ ਹੈ। ਅਧੂਰੇ ਗੁਰੂ ਬਹੁਤ ਨੇ ਤੇ ਅਧੂਰਾ ਤੇ ਕੁਝ ਵੀ ਚੰਗਾ ਨਹੀਂ ਹੁੰਦਾ। ਅਧੂਰਾ ਬਣਿਆ ਭੋਜਨ ਕੋਈ ਛਕਣ ਵਾਸਤੇ ਤਿਆਰ ਨਹੀਂ ਹੈ। ਅਧੂਰੀ ਕਵਿਤਾ ਕਦੇ ਕਿਸੇ ਨੇ ਨਹੀਂ ਪੜ੍ਹੀ ਹੈ। ਅਧੂਰਾ ਮਕਾਨ ਕਿਸੇ ਨੂੰ ਪ੍ਰਵਾਨ ਨਹੀਂ। ਚਾਹੇ ਤੁਸੀਂ 2 ਕਰੋੜ ਰੁਪਈਆ ਖਰਚ ਕਰਕੇ ਬਹੁਤ ਸੁੰਦਰ ਕੋਠੀ ਤਿਆਰ ਕਰ ਦਿਓ, ਪਰ ਉਹ ਪੂਰਨ ਨਹੀਂ ਹੋਈ, ਅਜੇ ਅਧੂਰੀ ਹੈ, ਫਿਨਿਸ਼ ਨਹੀਂ ਹੋਈ। ਉਹਦੀ ਪੂਰੀ ਜਿਹੜੀ ਮੁਰੰਮਤ ਹੈ, ਉਹ ਸਨਮਾਇਕਾ ਵਗੈਰਾ ਨਹੀਂ ਲੱਗਿਆ, ਉਹ ਵੀ ਖੰਡਰ ਦੀ ਤਰ੍ਹਾਂ ਹੈ। ਅਧੂਰੀ ਕਵਿਤਾ ਪ੍ਰਵਾਨ ਨਹੀਂ, ਅਧੂਰਾ ਮਕਾਨ ਪ੍ਰਵਾਨ ਨਹੀਂ। ਤੇ ਸਿੱਖਾ ਤੈਨੂੰ ਅਧੂਰਾ ਗੁਰੂ ਕਿਵੇਂ ਪ੍ਰਵਾਨ ਹੈ? ਤੂੰ ਪੂਰੇ ਗੁਰੂ ਨੂੰ ਛੱਡ ਕੇ ਅਧੂਰਿਆਂ ਦੇ ਪਿੱਛੇ ਤੁਰਿਆ ਫਿਰਦਾ ਹੈ, ਥਾਂ ਥਾਂ ਦੇ ਉੱਤੇ ਭਟਕਦਾ ਹੈ। ਇੱਕ ਦੇ ਨਾਲ ਜੁੜਨਾ ਕਰ, ਮਾਲਕ ਦੇ ਨਾਲ ਜੁੜਨਾ ਕਰ। ਜਿਹੜਾ ਪੂਰਾ ਹੈ ਨਾ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ। ਉਹਦਾ ਕੀਤਾ ਹੋਇਆ ਸਭ ਕੁਝ ਪੂਰਾ ਹੈ, ਉਹਦੇ ਵਿੱਚ ਕੋਈ ਊਣ ਤਾਈ ਨਹੀਂ, ਉਹਦੇ ਵਿੱਚ ਕੋਈ ਔਗਣ ਨਹੀਂ ਹਨ। ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸ਼ਲੋਕ ਦੇ ਵਿੱਚ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ। ਜਿਸ ਮਾਲਿਕ ਦਾ, ਜਿਸ ਪ੍ਰਭੂ ਦਾ ਪੂਰਾ ਨਾਮ ਹੈ, ਪੂਰਾ ਨਾਮ ਹੈ,
ਅਧੂਰਾ ਨਹੀਂ, ਮੁਕੰਮਲ ਨਾਮ ਹੈ ਪਰਮਾਤਮਾ ਦਾ। ਕਿਉਂਕਿ ਜਿਤਨੇ ਵੀ ਪ੍ਰਭੂ ਦੇ ਨਾਮ ਨੇ ਨਾ, ਮੁਕੰਮਲ ਨੇ। ਔਰ ਇੱਕ ਹੀ ਸਵਾਸ ਦੇ ਵਿੱਚ ਪਰਮਾਤਮਾ ਦਾ ਨਾਮ ਜਿਹੜਾ ਹੈ ਪੂਰਾ ਹੋ ਜਾਂਦਾ ਹੈ। ਚਾਹੇ ਤੁਸੀਂ ਕੋਈ ਵੀ ਨਾਮ ਲੈ ਲਓ, ਵਾਹਿਗੁਰੂ ਇੱਕ ਸਵਾਸ, ਰਾਮ ਇੱਕ ਸਵਾਸ, ਅੱਲਾ ਇੱਕ ਸਵਾਸ, ਭਾਵ ਕਿ ਜਿਤਨੇ ਵੀ ਪਰਮਾਤਮਾ ਦੇ ਨਾਮ ਨੇ ਇੱਕ ਸਵਾਸ ਵਿੱਚ ਪੂਰੇ ਹੋ ਜਾਂਦੇ ਨੇ। ਇਹਨਾਂ ਵਿੱਚ ਕੋਈ ਊਣਤਾਈ ਨਹੀਂ, ਕੋਈ ਖੋਟ ਨਹੀਂ ਹੈ। ਇਸ ਕਰਕੇ ਸਾਹਿਬ ਕਹਿੰਦੇ ਨੇ ਕਿ ਪੂਰਾ ਜਾਂ ਕਾ ਨਾਉ, ਨਾਉ ਤੋਂ ਭਾਵ ਪਰਮਾਤਮਾ ਦਾ ਜੋ ਨਾਮ ਪੂਰਾ ਹੈ, ਉਸ ਪੂਰੇ ਪ੍ਰਭੂ ਨੂੰ ਆਰਾਧਿਆ। ਜਿਸ ਨੇ ਉਸ ਨੂੰ ਆਰਾਧਿਆ, ਜਪਿਆ ਹੈ, ਭਾਵ ਕਿ ਜਿਸ ਨੇ ਪੂਰੇ ਗੁਰੂ ਦਾ ਪੂਰਾ ਨਾਮ ਸਿਮਰਨ ਕੀਤਾ ਹੈ, ਜਿਸ ਨੇ ਵੀ ਉਸ ਪ੍ਰਭੂ ਦੇ ਨਾਮ ਨੂੰ ਜਪਣਾ ਕੀਤਾ ਹੈ, ਜਿਹੜਾ ਹਮੇਸ਼ਾ ਰਹਿਣ ਵਾਲਾ ਨਾਮ ਹੈ। ਅਧੂਰੇ ਗੁਰੂ ਦਾ ਨਾਮ ਹਮੇਸ਼ਾ ਰਹਿਣ ਵਾਲਾ ਨਹੀਂ ਹੈ, ਕਿਉਂਕਿ ਉਹਦਾ ਨਾਮ ਪੰਜਾਂ ਤੱਤਾਂ ਦੇ ਨਾਲ ਜੁੜਿਆ ਹੋਇਆ, ਸਰੀਰ ਨਾਲ ਜੁੜਿਆ ਹੋਇਆ। ਸਰੀਰ ਖਤਮ ਹੋ ਗਿਆ ਤੇ ਉਹਦਾ ਨਾਮ ਵੀ ਖਤਮ ਹੋ ਜਾਣਾ ਹੈ। ਪਰ ਜਿਹੜਾ ਪੰਜਾਂ ਤੱਤਾਂ ਵਿੱਚ ਹੈ ਹੀ ਨਹੀਂ, ਉਹ ਪੂਰਾ ਹੈ, ਸੁਤੇ ਪ੍ਰਕਾਸ਼ ਹੈ, ਸਹਿਬੰਗ ਹੈ, ਉਹ ਹਮੇਸ਼ਾ ਉਹਦਾ ਨਾਮ ਰਹਿਣ ਵਾਲਾ ਹੈ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਭਰਮ ਅੰਧੇਰਾ। ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਦਾ ਨਾਮ, ਤੇ ਉਸ ਨਾਮ ਨੂੰ ਪੂਰਾ ਪ੍ਰਭ ਆਰਾਧਿਆ। ਪੂਰੇ ਪ੍ਰਭੂ ਨੂੰ ਆਰਾਧਨਾ ਕੀਤਾ ਹੈ, ਪੂਰੇ ਪ੍ਰਭੂ ਨੂੰ ਜਪਣਾ ਕੀਤਾ ਹੈ। ਕਿਹੜੇ ਪੂਰੇ ਨੂੰ? ਕਹਿੰਦੇ ਜਿਸ ਦਾ ਨਾਮ ਹਮੇਸ਼ਾ ਰਹਿਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਪੂਰਾ ਮੁਕੰਮਲ ਹੈ। ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਉ। ਤੇ ਜਿਸ ਨੇ ਵੀ ਪੂਰੇ ਪ੍ਰਭੂ ਦੇ, ਪੂਰੇ ਗੁਰੂ ਦੇ ਗੁਣ ਗਾਇਨ ਕੀਤੇ ਨੇ ਨਾ, ਜਿਹਨੇ ਵੀ ਪ੍ਰਭੂ ਦੇ ਗੁਣ ਗਾਏ ਨੇ, ਉਹਨੂੰ ਪੂਰਾ ਗੁਰੂ ਮਿਲ ਪਿਆ ਹੈ। ਇੱਥੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਕੋਈ ਸ਼ਰਤ ਨਹੀਂ ਕਿ ਕਿਸੇ ਇੱਕ ਨੂੰ ਮਿਲਣਾ, ਸਿੱਖ ਨੂੰ ਮਿਲਣਾ ਕਿ ਹਿੰਦੂ ਨੂੰ ਮਿਲਣਾ, ਮੁਸਲਮਾਨ ਨੂੰ ਮਿਲਣਾ ਕਿ ਕਿਸੇ ਹੋਰ ਨੂੰ ਮਿਲਣਾ, ਨਹੀਂ। ਗੁਰ ਪੂਰਾ ਜਿਨ ਸਿਮਰਿਆ ਸਈ ਭੈ ਨਿਹਾਲ। ਜਿਸ ਨੇ ਵੀ ਪੂਰਾ ਗੁਰੂ ਸਿਮਰਿਆ, ਉਹ ਨਿਹਾਲ ਹੋ ਗਿਆ। ਤੇ ਸਾਹਿਬ ਕਹਿੰਦੇ ਗੁਰ ਪੂਰਾ, ਜਿਸ ਨੇ ਵੀ, ਕੋਈ ਸ਼ਰਤ ਨਹੀਂ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮ ਗਤ ਪਾਵੈ। ਜਿਹੜਾ ਵੀ ਪ੍ਰਾਣੀ ਗੋਬਿੰਦ ਪਰਮਾਤਮਾ ਨੂੰ ਧਿਆਉਂਦਾ ਹੈ, ਗੋਬਿੰਦ ਪਰਮੇਸ਼ਰ ਦਾ ਨਾਮ ਹੈ। ਇਸ ਲਈ ਗੁਰਦੇਵ ਪੰਚਮ ਪਿਤਾ ਜੀ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ। ਇਹ ਸਾਰਾ ਪਾਵਨ ਬਚਨ ਪੜ੍ਹ ਲਓ, ਸ਼ਬਦ ਪੜ੍ਹ ਲਓ ਕਿ ਜਿਸ ਜਿਸ ਨੇ ਵੀ ਪੂਰਾ ਗੁਰੂ ਜਪਿਆ ਏ, ਗੋਬਿੰਦ ਦਾ ਨਾਮ ਧਿਆਇਆ ਏ, ਉਹਨੂੰ ਦੁਨੀਆ ਨੇ ਸਤਿਕਾਰ ਦਿੱਤਾ ਹੈ, ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਹੋਇਆ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕੋ ਮੰਤਰ ਜਪੈ ਜਪੈਨੀ। ਕੋਈ ਵੀ ਗੁਰੂ ਦੇ ਮੰਤਰ ਨੂੰ ਜਪ ਲਵੇ ਤੇ ਜਿਹੜਾ ਜਪੇਗਾ ਕੀ ਹੋਵੇਗਾ? ਨਾਮ ਤੇ ਨਾਮੀ ਦੀ ਅਭੇਦਤਾ ਹੋ ਜਾਂਦੀ ਹੈ। ਜਿਹਦਾ ਅਸੀਂ ਨਾਮ ਜਪਦੇ ਹਾਂ, ਉਹਦੇ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਸਰਵਣ ਮੰਨਣ ਤੇ ਨਿਧਿਆਸਨ ਤਤ ਪਦ ਦਾ ਸੁਆਦਨ ਹੋ ਜਾਂਦਾ ਹੈ। ਪਹਿਲੇ ਸਰਵਣ ਕਰਨਾ, ਜਿਵੇਂ ਆਪ ਜੀ ਸਰਵਣ ਕਰ ਰਹੇ ਹੋ, ਫਿਰ ਉਸ ਨੂੰ ਮੰਨਣਾ ਹੈ, ਫਿਰ ਆਪਣੇ ਹਿਰਦੇ ਵਿੱਚ ਉਸ ਨੂੰ ਟਿਕਾਉਣ ਦਾ ਯਤਨ ਕਰਨਾ ਹੈ। ਤੇ ਜਦੋਂ ਟਿਕ ਗਿਆ ਨਾ ਤੁਹਾਡੇ ਹਿਰਦੇ ਵਿੱਚ, ਫਿਰ ਕੀ ਹੋਵੇਗਾ? ਜੋ ਦੀਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਫਿਰ ਜੋ ਦੀਸੈ, ਜੋ ਵੀ ਦਿਸਦਾ ਹੈ ਨਾ, ਜਿਸ ਨੂੰ ਵੀ ਦੇਖੋਗੇ, ਉਹ ਨਾ ਹਿੰਦੂ ਦਿਸੇਗਾ, ਨਾ ਮੁਸਲਮਾਨ ਦਿਸੇਗਾ, ਨਾ ਉਹ ਕੋਈ ਸਿੱਖ ਈਸਾਈ ਦਿਸੇਗਾ। ਕੌਣ ਦਿਸੇਗਾ? ਉਹ ਭਗਵਾਨ ਦਿਸੇਗਾ।
ਉਹ ਇਨਸਾਨ ਪਰਮਾਤਮਾ ਦਾ ਸਰੂਪ ਦਿਸੇਗਾ, ਕਿਉਂਕਿ ਉਹ ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ। ਉਹ ਹਰ ਇੱਕ ਦੇ ਅੰਦਰ ਬੈਠਾ ਹੋਇਆ ਹੈ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਗੁਰੂ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਕਿ ਭਲਿਆ ਉਹ ਹਰ ਇੱਕ ਦੇ ਹਿਰਦੇ ਵਿੱਚ ਵਸਿਆ ਹੋਇਆ ਹੈ। ਇਸ ਲਈ ਜਿਸ ਨੇ ਵੀ ਪਰਮਾਤਮਾ ਦਾ ਨਾਮ ਜਪ ਲਿਆ, ਇਹ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਅੰਮ੍ਰਿਤਮਈ ਬਾਣੀ ਪੜ੍ਹਦੇ ਵੀ ਤੇ ਸੁਣਦੇ ਵੀ ਹੋ। ਖੱਤਰੀ ਬ੍ਰਾਹਮਣ ਸੋਧ ਵੈਸ, ਭਾਵੇਂ ਖੱਤਰੀ ਹੈ, ਚਾਹੇ ਬ੍ਰਾਹਮਣ ਹੈ, ਚਾਹੇ ਸ਼ੂਦਰ ਹੈ, ਚਾਹੇ ਵੈਸ ਹੈ, ਉਹ ਸਾਰਿਆਂ ਵਿੱਚ ਵਸਿਆ ਹੋਇਆ ਪਰਮਾਤਮਾ। ਇਸ ਲਈ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਬਖਸ਼ਿਸ਼ ਕਰਦੇ ਨੇ ਕਿ ਜਿਸ ਨੇ ਵੀ ਪੂਰੇ ਗੁਰੂ ਨੂੰ ਸਿਮਰ ਲਿਆ ਹੈ, ਉਸੇ ਨੇ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਿਆ, ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਕਿਉਂਕਿ ਹਰ ਜਾ ਸਾਈਂ ਜ਼ਾਹਰ ਦਿਸਦਾ, ਖੁੱਲੇ ਕਰ ਦੀਦਾਰੇ ਮੇਰੇ ਪਿਆਰੇ। ਨਾ ਤਿਸ ਵਿੱਚ ਕੋਈ ਘੁੰਮਣ ਘੇਰੀ, ਨਾ ਹੀ ਨਦੀ ਕਿਨਾਰੇ, ਨਹੀਂ ਅੰਧਾਰੇ ਮੇਰੇ ਪਿਆਰੇ। ਉਹਦੇ ਵਿੱਚ ਕੋਈ ਵੱਟ ਬੰਨਾ ਨਹੀਂ ਹੈ, ਉਹਦੇ ਵਿੱਚ ਕੋਈ ਦੇਸ਼ ਦੀ ਵੰਡ ਨਹੀਂ ਹੈ, ਉਹਦੇ ਵਿੱਚ ਕੋਈ ਮੇਰ ਤੇਰ ਨਹੀਂ ਹੈ, ਉਹਦੇ ਵਿੱਚ ਕੋਈ ਜਾਤ ਨਹੀਂ ਪਾਤ ਨਹੀਂ ਹੈ, ਉਹ ਤੇ ਹਰ ਜਗ੍ਹਾ ਦੇ ਉੱਤੇ ਹੈ। ਇਸ ਕਰਕੇ ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੁ ਨਾ ਜਾਈ। ਉਹ ਤਾਂ ਕਿਤੇ ਦੂਰ ਹੈ ਹੀ ਨਹੀਂ। ਇਸ ਲਈ ਮੇਰੇ ਗੁਰਦੇਵ ਬਖਸ਼ਿਸ਼ ਕਰਦੇ ਨੇ, ਪ੍ਰਭੂ ਕਿਰਪਾ ਕਰਦੇ ਨੇ ਕਿ ਜਿਸ ਨੇ ਵੀ ਉਸ ਨੂੰ ਸਿਮਰਿਆ ਹੈ, ਉਸੇ ਨੂੰ ਗੁਰੂ ਮਿਲ ਪਿਆ ਹੈ, ਉਸੇ ਨੇ ਉਸ ਦੀ ਪ੍ਰਾਪਤੀ ਕਰ ਲਈ ਹੈ। ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼। ਅੱਠਾਂ ਪਦਾਂ ਦਾ ਸ਼ਬਦ ਹੈ। ਅਸ਼ਟਪਦੀ ਤੋਂ ਭਾਵ ਹੁੰਦਾ 8 ਪਦ ਨੇ ਇਸ ਦੇ ਵਿੱਚ। ਇੱਕ ਇੱਕ ਪਦ ਦੀਆਂ 10-10 ਪੰਕਤੀਆਂ ਨੇ। ਜਿਵੇਂ ਆਪਾਂ 2 ਪਦੇ, 1 ਤੁਕਾ ਤੇ ਤੁਕੀ, ਚੌਪਦੇ, ਇਸੇ ਤਰ੍ਹਾਂ ਅਸ਼ਟਪਦੀ 8 ਪਦਾਂ ਦਾ ਸ਼ਬਦ ਹੁੰਦਾ ਹੈ। ਬਾਦਸ਼ਾਹ ਗੁਰੂ ਰਾਮਦਾਸ ਗੁਰੂ ਰਹਿਮਤ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਸਾਨੂੰ ਦਾਤਾਰ ਜੀ ਸੰਬੋਧਨ ਕਰਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਵੇਂ ਆਪਾਂ ਬੱਚੇ ਨੂੰ ਸਮਝਾਉਂਦੇ ਆ ਨਾ, ਤੇ ਸਾਹਿਬ ਕਹਿੰਦੇ ਭਲਿਆ ਗੁਰੂ ਭਾਈ ਪੂਰੇ ਗੁਰ ਕਾ ਸੁਨ ਉਪਦੇਸ਼। ਪੂਰੇ ਗੁਰੂ ਕਾ ਤੋਂ ਭਾਵ ਹੈ ਦਾ ਕਾ, ਦਾਰ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਪੂਰੇ ਗੁਰੂ ਦਾ ਉਪਦੇਸ਼ ਸੁਣ। ਕਿਉਂ ਕਿਹਾ ਸਤਿਗੁਰੂ ਪਾਤਸ਼ਾਹ ਨੇ ਕਿ ਪੂਰੇ ਗੁਰੂ ਦਾ ਉਪਦੇਸ਼ ਸੁਣ? ਕਿਉਂਕਿ ਅਸੀਂ ਅਧੂਰਿਆਂ ਦੀਆਂ ਬਾਤਾਂ ਸੁਣਦੇ ਹਾਂ, ਅਸੀਂ ਅਧੂਰਿਆਂ ਦੇ ਉਪਦੇਸ਼ ਸੁਣਦੇ ਹਾਂ, ਅਸੀਂ ਅਧੂਰੀਆਂ ਦੇ ਗੱਲਾਂ ਸੁਣਦੇ ਨੇ, ਤੇ ਜਿਹੜੇ ਆਪ ਅਧੂਰੇ ਨੇ ਉਹਨਾਂ ਦੇ ਉਪਦੇਸ਼ ਵੀ ਅਧੂਰੇ ਨੇ। ਇਸ ਕਰਕੇ ਸਾਹਿਬ ਕਹਿੰਦੇ ਓਏ ਆਪ ਡੁੱਬੇ ਤੁਮ ਕਹਾਂ ਤਾਰਨਹਾਰ। ਜਿਹੜੇ ਆਪ ਡੁੱਬੇ ਨੇ ਤੈਨੂੰ ਕਿਵੇਂ ਉਤਾਰ ਦੇਣਗੇ? ਤੈਨੂੰ ਵੀ ਨਹੀਂ ਤਾਰ ਸਕਦੇ। ਜਿਹੜਾ ਖੁਦ ਤਾਰੂ ਹੈ ਨਾ, ਉਹੀ ਕਿਸੇ ਨੂੰ ਉਤਾਰ ਸਕਦਾ ਹੈ। ਇਸ ਲਈ ਦਾਤਾਰ ਪਾਤਸ਼ਾਹ ਕਹਿੰਦੇ ਨੇ ਕਿ ਪੂਰੇ ਗੁਰ ਕਾ ਸੁਣ ਉਪਦੇਸ਼। ਪੂਰੇ ਗੁਰੂ ਦਾ ਉਪਦੇਸ਼ ਸੁਣ, ਭਾਵ ਕਿ ਉਪਦੇਸ਼ ਨੂੰ ਸੁਣ ਕੇ ਪੂਰੇ ਗੁਰੂ ਦੇ ਉਪਦੇਸ਼ ਨੂੰ ਮੰਨਣਾ ਕਰ। ਤੇ ਜਿਹੜਾ ਪੂਰਾ ਗੁਰੂ ਹੈ ਨਾ, ਗੁਰਪੂਰੈ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਪੂਰਾ ਗੁਰੂ ਜਦੋਂ ਸਾਡੇ ਮਸਤਕ ਤੇ ਹੱਥ ਧਰ ਦਿੰਦਾ ਨਾ, ਸਿਰ ਤੇ, ਸਾਰੀਆਂ ਬੁਰਾਈਆਂ ਨਿਕਲ ਜਾਂਦੀਆਂ ਨੇ ਜੀਵਨ ਦੇ ਵਿੱਚੋਂ। ਇਹ ਜੋ ਅਸੀਂ ਸੁਣ ਰਹੇ ਹਾਂ ਗੁਰੂ ਦੀ ਗੋਦ ਵਿੱਚ ਬੈਠ ਕੇ, ਇਹਦਾ ਭਾਵ ਕਿ ਅੰਦਰੋਂ ਔਗਣ ਸਾਰੇ ਮਨਫੀ ਹੋ ਜਾਣ ਤੇ ਗੁਣ ਜਿਹੜੇ ਨੇ ਉਹ ਵਸ ਜਾਣ। ਪੰਚਮ ਗੁਰਦੇਵ ਜੀ ਨੇ ਇਹੀ ਬਚਨ ਕਹੇ ਸੀ ਸਿੱਖਾਂ ਨੂੰ ਕਿ ਭਲਿਓ ਨਿਤਾ ਪ੍ਰਤੀ ਗੁਰ ਘਰ ਆ ਕੇ, ਗੁਰਦੁਆਰੇ ਆ ਕੇ, ਧਰਮਸਾਲ ਵਿੱਚ ਆ ਕੇ ਗੁਰੂ ਦੇ ਅੱਗੇ ਬੇਨਤੀ ਕਰਨੀ, ਆਪਣੇ ਔਗਣ ਰੱਖਣੇ ਤੇ ਗੁਰੂ ਦੀ ਗੋਦ ਵਿੱਚੋਂ ਗੁਣ ਗ੍ਰਹਿਣ ਕਰਨੇ ਨੇ। ਜਦੋਂ ਔਗਣ ਗੁਰੂ ਦੇ ਅੱਗੇ ਪ੍ਰਗਟ ਕਰਾਂਗੇ ਤੇ ਗੁਣ ਘਟ ਜਾਣਗੇ ਤੇ ਗੁਣਾਂ ਦੀ ਪੂੰਜੀ ਵੱਧ ਜਾਏਗੀ। ਤੇ ਜਦੋਂ ਔਗਣ ਕੋਈ ਹੈ ਹੀ ਨਹੀਂ, ਗੁਣ ਹੀ ਗੁਣ ਨੇ,
ਤੇ ਫਿਰ ਗੁਣਵੰਤਿਆ, ਗੁਣਾਂ ਦਾ ਮੁਜੱਸਮਾ ਮਾਲਿਕ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਪਾਰ ਬ੍ਰਹਮ ਨਿਕਟ ਕਰ ਪੇਖ। ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਕੀ ਹੋਵੇਗਾ? ਜੋ ਪਾਰ ਬ੍ਰਹਮ ਹੈ ਨਾ, ਪਾਰ ਬ੍ਰਹਮ ਪਰਮੇਸ਼ਰ, ਜਿਹੜਾ ਪਰ ਵਿਸ਼ੇਸ਼ ਕਰਕੇ ਬ੍ਰਹਮ ਰਮਿਆ ਹੋਇਆ ਹੈ, ਜਿਹੜਾ ਬ੍ਰਹਮ ਰਮਿਆ ਹੋਇਆ ਹੈ ਨਾ, ਸਾਰੇ ਪਰਿਪੂਰਨ ਹੈ, ਰਗੋ ਰੇਸ਼ੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਸਮਾਇਆ ਹੋਇਆ ਹੈ, ਉਹ ਪਾਰ ਬ੍ਰਹਮ ਪਰਮੇਸ਼ਰ। ਪਾਰ ਬ੍ਰਹਮ ਨਿਕਟ ਕਰ ਪੇਖ, ਉਸ ਨੂੰ ਆਪਣੇ ਨੇੜੇ ਕਰਕੇ ਦੇਖ ਲਵੇਂਗਾ। ਉਹ ਪਾਰ ਬ੍ਰਹਮ ਤੇਰੇ ਨਜ਼ਦੀਕ ਹੈ, ਉਹ ਪਾਰ ਬ੍ਰਹਮ ਤੇਰੇ ਪਾਸ ਹੈ, ਪਾਸ ਹੀ ਨਹੀਂ ਤੇਰੇ ਤੇ ਅੰਦਰ ਹੈ, ਪਰ ਉਹਨੂੰ ਦੇਖਣ ਵਾਲੇ ਸਾਡੇ ਨੇਤਰ ਨਹੀਂ ਬਣੇ ਅਜੇ। ਇਹ ਜਿਹੜੇ ਅਸੀਂ ਗੁਰੂ ਚਰਨਾਂ ਵਿੱਚ ਆਉਨੇ ਆ ਨਾ, ਗੁਰੂ ਕੀ ਸੰਗਤ ਦੇ, ਸਾਧ ਸੰਗਤ ਦੇ ਚਰਨਾਂ ਦੀਆਂ ਧੂੜੀਆਂ ਤੇ ਗੁਰੂ ਦੇ ਉਪਦੇਸ਼ ਦੀਆਂ ਸਲਾਈਆਂ ਆਪਣੇ ਨੇਤਰਾਂ ਵਿੱਚ ਪਾਉਨੇ ਆ, ਉਹਨਾਂ ਨੇਤਰਾਂ ਵਿੱਚੋਂ ਭਰਮ ਦਾ ਜਾਲਾ ਨਿਕਲ ਜਾਂਦਾ ਹੈ, ਵਿਕਾਰਾਂ ਦੀ ਧੁੰਦ ਨੇਤਰਾਂ ਵਿੱਚੋਂ ਖਤਮ ਹੋ ਜਾਂਦੀ ਹੈ ਤੇ ਨੇਤਰਾਂ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਹੈ। ਇਸੇ ਲਈ ਸਾਹਿਬ ਕਹਿੰਦੇ, ਗਿਆਨ ਸੁਲਾਕਾ ਦੇ ਮਨ ਲੋਚਨ, ਕਰ ਹੈ ਸਤਿਗੁਰ ਪਾਪ ਵਿਮੋਚਨ। ਗਿਆਨ ਦੀਆਂ ਸੁਲਾਈਆਂ ਦੇ ਕੇ ਗੁਰੂ ਜੀਵ ਦੇ ਹਿਰਦੇ ਵਿੱਚੋਂ ਪਾਪਾਂ ਨੂੰ ਵਿਮੋਚਨ ਕੱਟ ਦਿੰਦਾ ਹੈ। ਇਸ ਲਈ ਸਾਹਿਬ ਕਹਿੰਦੇ, ਪਾਰ ਬ੍ਰਹਮ ਨਿਕਟ ਕਰ ਪੇਖ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਧ ਸੰਗ ਅਚਰਜ ਸਭ ਡੀਠਾ, ਪਾਰ ਬ੍ਰਹਮ ਪ੍ਰਭ ਨੈਨੋ ਡੀਠਾ। ਜਿਹੜਾ ਪਾਰ ਬ੍ਰਹਮ ਹੈ ਨਾ ਪਰਮੇਸ਼ਰ, ਉਹ ਨੇਤਰਾਂ ਨਾਲ ਦੇਖ ਲਿਆ ਜਦੋਂ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਆ ਮਿਲੀ, ਨਾਮ ਰਸੀਆਂ ਦੇ ਚਰਨਾਂ ਦੀ ਧੂੜੀ ਸਤ ਸੰਗਤ ਪ੍ਰਾਪਤ ਹੋ ਗਈ ਤੇ ਪਾਰ ਬ੍ਰਹਮ ਨੂੰ ਆਪਣੇ ਨਜ਼ਦੀਕ ਦੇਖ ਲਿਆ। ਇਸ ਲਈ ਸਾਹਿਬ ਕਹਿੰਦੇ, ਜਦੋਂ ਤੂੰ ਪੂਰੇ ਗੁਰੂ ਦਾ ਉਪਦੇਸ਼ ਸੁਣੇਗਾ ਨਾ, ਤੇ ਪਾਰ ਬ੍ਰਹਮ ਨੂੰ ਆਪਣੇ ਨਜ਼ਦੀਕ, ਆਪਣੇ ਪਾਸ, ਆਪਣੇ ਨਾਲ ਉਸ ਨੂੰ ਦੇਖ ਲਵੇਂਗਾ। ਪੇਖ ਤੋਂ ਭਾਵ ਹੈ ਦੇਖਣ ਦਾ, ਉਸ ਨੂੰ ਆਪਣੇ ਨਿਕਟ ਨਿਸ਼ਚੈ ਕਰ ਲਵੇਂਗਾ, ਕਿਉਂਕਿ ਹੈ ਤੇ ਮਾਲਕ ਸਾਡੇ ਅੰਦਰ ਹੀ। ਬੁੱਲਿਆ ਰੱਬ ਤੇਥੋਂ ਵੱਖ ਨਹੀਂ, ਪਰ ਦੇਖਣ ਵਾਲੀ ਅੱਖ ਨਹੀਂ। ਉਹ ਤੇ ਸਾਡੇ ਅੰਦਰ ਹੈ, ਪਰ ਦੇਖਣ ਵਾਲੇ ਨੇਤਰ ਸਾਡੇ ਪਾਸ ਨਹੀਂ ਹਨ। ਤੇ ਗੁਰੂ ਦੀ ਹਜ਼ੂਰੀ ਆ ਕੇ ਗੁਰੂ ਦੇ ਉਪਦੇਸ਼ ਨਾਲ ਉਹ ਨੇਤਰ ਬਣ ਜਾਂਦੇ ਨੇ, ਜੋ ਮੈਂ ਪਹਿਲਾਂ ਬੇਨਤੀ ਕੀਤੀ ਹੈ। ਫਿਰ ਹਰ ਇੱਕ ਪਰਮਾਤਮਾ ਦਾ ਹੀ ਸਰੂਪ ਨਜ਼ਰ ਆਉਂਦਾ ਹੈ, ਹਰ ਇੱਕ ਦੇ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਫਿਰ ਦੂਈ ਦੁਆਇਤ ਦਾ ਸਗਰਾ ਝਗੜਾ ਜਿਹੜਾ ਹੈ ਨਾ, ਉਹ ਮੁੱਕ ਜਾਂਦਾ ਹੈ। ਸਾਸ ਸਾਸ ਸਿਮਰੋ ਗੋਬਿੰਦ। ਮਹਾਰਾਜ ਕੀ ਕਰੀਏ, ਫਿਰ ਕੀ ਕਰਨਾ ਚਾਹੀਦਾ ਹੈ? ਤੇ ਸਾਹਿਬ ਕਹਿੰਦੇ, ਸਾਸ ਸਾਸ, ਸਵਾਸ ਸਵਾਸ ਕਰਕੇ ਸਿਮਰੋ ਗੋਬਿੰਦ। ਗੋਬਿੰਦ ਪਰਮਾਤਮਾ ਨੂੰ ਸਿਮਰੋ, ਯਾਦ ਕਰੋ। ਪਰਮਾਤਮਾ ਦਾ ਸਿਮਰਨ ਕਰਨਾ ਹੈ। ਗੋਬਿੰਦ, ਗੋ ਨਾਮ ਪ੍ਰਿਥਵੀ ਦਾ ਹੈ, ਬਿੰਦ ਨਾਮ ਪਾਲਣਾ ਦਾ ਹੈ। ਗੋ ਨਾਮ ਇੰਦਰੀਆਂ ਨੂੰ ਕਿਹਾ, ਜਿਹੜੀਆਂ ਸਾਡੀਆਂ ਇੰਦਰੀਆਂ ਨੇ ਨਾ, 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ। ਇੰਦਰੀਆਂ ਦੀ ਪਾਲਣਾ ਕਰਨ ਵਾਲਾ ਪਰਮਾਤਮਾ ਹੈ, ਉਹ ਗੋਬਿੰਦ ਪਰਮੇਸ਼ਰ। ਉਸ ਪਰਮੇਸ਼ਰ ਨੂੰ ਸਾਸ ਸਾਸ ਕਰਕੇ ਸਿਮਰਨ ਕਰਨਾ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਹਦਾ ਸਿਮਰਨ ਕਰਕੇ ਜਿਤਨੇ ਕਲ ਕਲੇਸ਼ ਨੇ, ਅਵਿਦਿਆ, ਅਸਮਤਾ, ਅਭਿਨਵੇਸ਼, ਸਾਰੇ ਖਤਮ ਹੋ ਜਾਂਦੇ ਨੇ। ਇਸ ਲਈ ਭਾਈ ਨੰਦ ਲਾਲ ਜੀ ਕਹਿੰਦੇ, ਹਵਾਏ ਬੰਦਗੀ ਅਵਰਦ ਮਰਦ ਅਵਰਦ ਦਰ ਵਜੂਦ ਮਾਰਾ, ਵਰ ਨਾ ਜੈ ਕੇ ਚੁਨੀ ਮਰਦਾਨ ਨਾ ਮਰਦ ਵਰਾ। ਕਹਿੰਦੇ ਇਸੇ ਮੈਂ ਬੰਦਗੀ ਕਰਨ ਵਾਸਤੇ ਹੀ ਸੰਸਾਰ ਦੇ ਉੱਤੇ ਆਇਆ, ਉਸ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਆਇਆ ਸੰਸਾਰ ਦੇ ਉੱਤੇ, ਨਹੀਂ ਤੇ ਇੱਥੇ ਆਉਣ ਦੀ ਲੋੜ ਹੀ ਨਹੀਂ ਕੀ ਸੀ।
ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ ਸੀ। ਇਸੇ ਲਈ ਉਲਥੇ ਦੇ ਵਿੱਚ ਬੜੇ ਸੁੰਦਰ ਬਚਨ ਕਹੇ ਨੇ ਕਿ ਉਹ ਕਹਿੰਦੇ ਕਿ ਉਹਦੀ ਬੰਦਗੀ ਕਰਨ ਵਾਸਤੇ ਮੈਂ ਇਸ ਸੰਸਾਰ ਤੇ ਆਇਆ ਹਾਂ, ਅਗਰ ਮੈਨੂੰ ਕਿਸੇ ਇੱਥੇ ਆਉਣ ਦੀ ਜ਼ਰੂਰਤ ਨਹੀਂ ਸੀ, ਕਿਉਂਕਿ ਬੰਦਗੀ ਇਖਤਿਆਰ ਐ ਇਨਸਾਨ ਐ ਬੰਦੇ ਉਸ ਮਾਲਕ ਦੀ ਬੰਦਗੀ ਕਰ, ਕਿਉਂਕਿ ਬੰਦਗੀ ਬਿਨਾ ਅਸੀਂ ਅਧੂਰੇ ਹਾਂ। ਬੰਦਾ ਹੋਏ ਸੋ ਬੰਦਗੀ ਗਾਹੇ। ਬੰਦਾ ਤਾਂ ਹੀ ਹੈ ਜੇ ਬੰਦਗੀ ਗ੍ਰਹਿਣ ਕਰਦਾ, ਬੰਦਗੀ ਕਰਦਾ ਹੈ। ਜੇ ਬੰਦਗੀ ਨਹੀਂ ਤੇ ਬੰਦਾ ਕਾਹਦਾ? ਬੰਦਗੀ ਬਿਨਾ ਤੇ ਇਹ ਐਵੇਂ ਇੱਕ ਲੋਥੜਾ ਹੀ ਹੈ। ਵਿਦਵਾਨਾਂ ਦੇ ਆਪਣੇ ਆਪਣੇ ਖਿਆਲ ਨੇ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਾਸ ਸਾਸ। ਸਿਆਣੇ ਵਿਦਵਾਨ ਮਹਾਂਪੁਰਸ਼ ਜਿਹੜੇ ਨੇ ਉਹ ਕਹਿੰਦੇ ਨੇ ਸਵਾਸ ਗਿਰਾਸ ਤੋਂ ਭਾਵ ਹੁੰਦਾ ਅੰਦਰ ਨੂੰ ਸਵਾਸ ਖਿੱਚਦਿਆਂ ਤੇ ਬਾਹਰ ਨੂੰ ਸਵਾਸ ਕੱਢਦਿਆਂ। ਹਰ ਇੱਕ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਹੈ। ਸਾਸ ਗਿਰਾਸ ਹਰ ਇੱਕ ਅਸੀਂ ਜਦੋਂ ਪ੍ਰਸ਼ਾਦ ਛਕਦੇ ਹਾਂ ਨਾ, ਹਰ ਇੱਕ ਬੁਰਕੀ ਦੇ ਨਾਲ ਗਰਾਹੀ ਦੇ ਨਾਲ ਪਰਮਾਤਮਾ ਨੂੰ ਯਾਦ ਕਰਨਾ ਹੈ। ਤੇ ਜਦੋਂ ਪਰਮਾਤਮਾ ਨੂੰ ਯਾਦ ਕਰਕੇ ਭੋਜਨ ਛਕਦੇ ਹੋ ਅੰਮ੍ਰਿਤ ਬਣ ਜਾਂਦਾ ਹੈ। ਅੰਮ੍ਰਿਤ ਬਣਿਆ ਭੋਜਨ ਆਤਮਿਕ ਰਸ ਦੀ ਤ੍ਰਿਪਤੀ ਕਰਦਾ ਹੈ। ਤੇ ਜਦੋਂ ਸਵਾਸ ਕਰਦੇ ਹਾਂ ਫਿਰ ਹਰ ਇੱਕ ਸਵਾਸ ਜਿਹੜਾ ਹੈ ਨਾ ਉਹ ਪਰਮਾਤਮਾ ਦੀ ਦਰਗਾਹ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਇਸੇ ਕਰਕੇ ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਉਹ ਆਪ ਵੀ ਤੇ ਕਿਹਾ ਵੀ ਕਰਦੇ ਸਨ ਕਿ ਐ ਬੰਦੇ ਇੱਕ ਕਦਮ ਰੱਖਦਾ ਹੈ ਤੇ ਵਾਹੇ, ਦੂਸਰਾ ਰੱਖਦਾ ਹੈ ਤੇ ਗੁਰੂ। ਹਰ ਇੱਕ ਕਦਮ ਦੇ ਨਾਲ ਵਾਹਿਗੁਰੂ ਦਾ ਨਾਮ ਜਪਣਾ ਹੈ। ਚਾਹੇ ਕੋਈ ਰਾਮ ਜਪ ਲੇ, ਅੱਲਾ ਜਪ ਲੇ, ਜਿਸ ਦੇ ਨਾਲ ਵੀ ਜਿਸ ਤੇ ਵੀ ਵਿਸ਼ਵਾਸ ਹੈ ਜਪੇ। ਸਿੱਖ ਨੇ ਵਾਹਿਗੁਰੂ ਜਪਣਾ ਹੈ, ਕਿਉਂਕਿ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਸ ਲਈ ਸਤਿਗੁਰੂ ਜੀ ਕਹਿੰਦੇ ਭਾਈ ਸਵਾਸ ਸਵਾਸ ਕਰਕੇ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ। ਮਨ ਅੰਤਰ ਕੀ ਉਤਰੈ ਚਿੰਦ। ਅਸੀਂ ਪ੍ਰਸ਼ਨ ਕਰਦੇ ਹਾਂ ਕਿ ਕਾਹਦੇ ਵਾਸਤੇ ਭੋਜਨ ਛਕਣਾ ਹੈ, ਜਲ ਕਾਹਦੇ ਵਾਸਤੇ ਛਕਣਾ ਹੈ। ਇਸੇ ਕਰਕੇ ਕਹਿੰਦੇ ਕਿ ਗੁਰਦੁਆਰੇ ਕਾਹਦੇ ਵਾਸਤੇ ਜਾਣਾ ਹੈ। ਮਹਾਂਪੁਰਸ਼ਾਂ ਦੀ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ ਵਿੱਚ ਆਉਣ ਦਾ ਕੀ ਲਾਭ ਹੈ। ਤੇ ਸਿੱਖ ਨੇ ਪ੍ਰਸ਼ਨ ਕਰ ਦਿੱਤਾ, ਮਹਾਰਾਜ ਆਪ ਕਹਿੰਦੇ ਹੋ ਕਿ ਹਰ ਇੱਕ ਸਵਾਸ ਨਾਲ ਜਪੋ, ਕਾਹਦੇ ਲਈ ਜਪੀਏ। ਤੇ ਮੇਰੇ ਸਾਹਿਬ ਕਹਿੰਦੇ ਮਨ ਅੰਤਰ ਕੇ ਉਤਰੈ ਚਿੰਦ। ਤੇਰੇ ਮਨ ਵਿੱਚ ਜਿਹੜੀਆਂ ਅੰਤਰ ਕੀ ਉਤਰੈ ਚਿੰਦ, ਚਿੰਦ ਤੋਂ ਭਾਵ ਚਿੰਤਾ। ਤੇਰੇ ਮਨ ਵਿੱਚ ਜਿਹੜੀਆਂ ਚਿੰਤਾ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ, ਹਮੇਸ਼ਾ ਚਿੰਤਾ ਦੇ ਵਿੱਚ ਡੁੱਬਿਆ ਰਹਿਣਾ ਹੈ। ਚਿੰਤ ਅਚਿੰਤਾ ਸਗਲੀ ਗਈ। ਜਦੋਂ ਜਪੇਗਾ ਤੇ ਸਾਰੀ ਚਿੰਤ ਅਚਿੰਤਾ ਚਲੀ ਜਾਏਗੀ। ਇਸ ਲਈ ਮਨ ਅੰਤਰ ਕੀ ਉਤਰੈ ਚਿੰਦ। ਤੇਰੇ ਮਨ ਦੇ ਵਿੱਚ ਚਿੰਤਾ ਦੀਆਂ ਜਿਹੜੀਆਂ ਲਹਿਰਾਂ ਨੇ, ਤਰੰਗਾਂ ਨੇ ਨਾ, ਉਹ ਉਤਰ ਜਾਣਗੀਆਂ। ਭਾਵ ਮਨ ਸ਼ੁੱਧ ਹੋ ਜਾਏਗਾ। ਸ਼ੁੱਧ ਹੋਏ ਮਨ ਦੇ ਵਿੱਚੋਂ ਇੱਕ ਵਾਰੀ ਕਹਿ ਦਿੱਤਾ ਸਤਿਨਾਮ ਵਾਹਿਗੁਰੂ, ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ। ਆਸਿਆ ਨਿਤ ਤਿਆਗੋ ਤਰੰਗ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਿਹੜੀਆਂ ਅਨਿਤ ਨਾਨਿਤ ਹਮੇਸ਼ਾ ਨਾ ਰਹਿਣ ਵਾਲੀਆਂ, ਜਿਹੜੀਆਂ ਤੇਰੇ ਮਨ ਵਿੱਚ ਸੰਕਲਪ ਤੇ ਵਿਕਲਪ ਦੀਆਂ ਲਹਿਰਾਂ ਪੈਦਾ ਹੁੰਦੀਆਂ ਨੇ, ਉਹ ਵੀ ਖਤਮ ਹੋ ਜਾਣਗੀਆਂ। ਹਮੇਸ਼ਾ ਆਤਮਿਕ ਰਸ ਦੀ ਪ੍ਰਾਪਤੀ ਹੋਵੇਗੀ। ਇਸ ਲਈ ਅਨੰਤ ਤਿਆਗੋ ਤਰੰਗ। ਇਹਨਾਂ ਤਰੰਗ ਲਹਿਰਾਂ ਨੂੰ ਤਿਆਗੋ, ਤਿਆਗਿਆ ਜਾਵੇਗਾ। ਤਿਆਗੋ ਤੋਂ ਭਾਵ ਤਿਆਗ ਦੇ। ਤੇ ਕਦੋਂ ਤਿਆਗੇਗਾ? ਜਦੋਂ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ। ਕਿਉਂਕਿ ਜੇ ਸਾਡਾ ਮਨ ਆਸਾ ਤੇ ਤ੍ਰਿਸ਼ਨਾ ਦੀਆਂ ਲਹਿਰਾਂ ਵਿੱਚ ਫਸਿਆ ਹੋਇਆ ਹੈ, ਰਾਗ ਤੇ ਦੁਆਇਸ਼ ਦੀਆਂ ਲਹਿਰਾਂ ਵਿੱਚ ਫਸਿਆ ਹੋਇਆ ਹੈ, ਉਹਨਾਂ ਚਿਰ ਇਸ ਮਾਲਕ ਦਾ ਨਾਮ ਸਾਡੇ ਅੰਦਰ ਵਸਦਾ ਨਹੀਂ। ਬਾਣੀ ਅਸੀਂ ਜ਼ਰੂਰ ਪੜ੍ਹਦੇ ਹਾਂ, ਸਿਮਰਨ ਜ਼ਰੂਰ ਕਰਦੇ ਹਾਂ, ਪਰ ਸਾਡਾ ਮਨ ਟਿਕਾਓ ਦੇ ਵਿੱਚ ਨਹੀਂ ਆਉਂਦਾ।
ਮਹਾਂਪੁਰਸ਼ਾਂ ਦੇ ਜੀਵਨ ਵਿੱਚ ਟਿਕਾਓ ਕਿਉਂ ਹੈ? ਕਿਉਂਕਿ ਅੰਦਰ ਟਿਕਿਆ ਹੋਇਆ, ਮਨ ਟਿਕਿਆ ਹੋਇਆ ਹੈ। ਤੇ ਇਸ ਲਈ ਜਿਹੜੇ ਸਿਆਣੇ ਵਿਦਵਾਨ ਨੇ ਨਾ, ਉਹ ਕਹਿੰਦੇ ਨੇ ਆਪਣੇ ਵਿਚਾਰਾਂ ਨੂੰ ਵੀ ਬੰਨ੍ਹ ਕੇ ਰੱਖ, ਆਪਣੇ ਮਨ ਨੂੰ ਵੀ ਬੰਨ੍ਹ ਕੇ ਰੱਖ, ਤੇ ਜਿਹੜੀ ਸਿਮਰਨ ਦੀ ਦਾਤ ਹੈ ਨਾ, ਇਸ ਨੂੰ ਇੱਕ ਪੋਟਲੀ ਦੇ ਵਿੱਚ ਬੰਨ੍ਹ ਕੇ ਰੱਖ। ਜਦੋਂ ਤੇਰੇ ਕੋਲ ਉਹ ਪੋਟਲੀ ਹੈ ਨਾ, ਫਿਰ ਜਦੋਂ ਵੀ ਮਰਜ਼ੀ ਵਰਤ ਸਕਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਭਾਈ ਅਨੰਤ ਅਨੇਕਾਂ ਅਨੰਤ ਤਿਆਗੋ ਹੋ ਤਰੰਗ, ਅਨਿਤ ਨਾਨਿਤ ਰਹਿਣ ਵਾਲੀਆਂ ਜਿਹੜੀਆਂ ਤਰੰਗ ਲਹਿਰਾਂ ਨੇ, ਉਹਨਾਂ ਨੂੰ ਤਿਆਗੋ, ਤਿਆਗ ਦਿਓ। ਸੰਤ ਜਨਾ ਕੀ ਧੂਰ ਮਨ ਮੰਗ। ਫਿਰ ਕੀ ਕਰਨਾ ਜੀ? ਜਦੋਂ ਅਨੰਤ ਲਹਿਰਾਂ ਖਤਮ ਹੋ ਗਈਆਂ, ਫਿਰ ਮੰਗ ਕੀ ਮੰਗਣੀ ਹੈ? ਅਰਦਾਸ ਜੋਦੜੀ ਕਰਨੀ ਹੈ। ਸੰਤ ਜਨਾਂ ਕੀ ਧੂਰ ਮਨ ਮੰਗ। ਕਹਿੰਦੇ ਮਨ, ਹੇ ਮਨ, ਸੰਤ ਜਨਾਂ ਦੀ, ਗੁਰੂ ਦੇ ਪਿਆਰਿਆਂ ਦੀ, ਸਤ ਸੰਗੀਆਂ ਦੀ, ਜਿਨ੍ਹਾਂ ਨੇ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਐਸੇ ਗੁਰੂ ਦੇ ਪਿਆਰਿਆਂ ਦੇ, ਜੁੜਿਆਂ ਦੇ ਚਰਨਾਂ ਦੀ ਧੂੜ ਮੰਗ। ਕਿਉਂਕਿ ਜੇ ਜੁੜਿਆਂ ਦੇ ਚਰਨਾਂ ਦੀ ਧੂੜ ਮੰਗਾਂਗੇ, ਮਿਲ ਜਾਏਗੀ ਨਾ, ਤੇ ਆਪ ਵੀ ਜੁੜ ਜਾਵਾਂਗੇ। ਕਿਉਂਕਿ ਜੁੜਿਆ ਹੀ ਕਿਸੇ ਨੂੰ ਜੋੜ ਸਕਦਾ ਹੈ, ਜਿਹੜਾ ਟੁੱਟਿਆ ਉਹ ਕਿਸੇ ਨੂੰ ਜੋੜ ਨਹੀਂ ਸਕਦਾ, ਉਹ ਤੇ ਤੋੜ ਦੇਵੇਗਾ। ਸਮਾਂ ਨਹੀਂ ਕਿ ਇਸ ਦੇ ਉੱਤੇ ਕੋਈ ਉਦਾਹਰਨਾਂ ਦਿਆਂ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਪਿਆਰਿਆਂ ਦੀ, ਗੁਰੂ ਦੀ, ਗੁਰੂ ਕੀ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਮਨ ਵਿੱਚ ਮੰਗਣਾ ਕਰ। ਚਰਨ ਧੂੜ ਸਾਧ ਲਕੋਟ ਪਿਰਾਗੇ। ਕਿ ਸਾਧ ਸੰਗਤ ਦੇ, ਗੁਰੂ ਪਿਆਰਿਆਂ ਦੇ ਚਰਨਾਂ ਦੀ ਧੂੜੀ ਤੇ ਲੱਖਾਂ ਕਰੋੜਾਂ ਪਰਾਗ ਰਾਜ ਤੋਂ ਵੀ ਮਹਾਨ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੇ। ਜਿਹੜੇ ਆਪ ਵੀ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਮੰਗਣਾ ਕਰ। ਆਪ ਸੋੜ ਬੇਨਤੀ ਕਰੋ। ਤੇ ਮਹਾਰਾਜ ਹੋਰ ਕੀ ਕਰੀਏ? ਆਪ ਛੋੜ, ਆਪਾ ਤਿਆਗ ਦੇ, ਆਪਾ ਭਾਵ ਤਿਆਗ ਦੇ, ਆਪਣਾ ਹੰਕਾਰ ਛੱਡ ਦੇ, ਦੇ ਅਧਿਆਸ ਜਾਤੀ ਅਭਿਮਾਨ, ਆਪਣੀ ਉੱਚੀ ਕੋਲ, ਆਪਣੇ ਧਨ ਦਾ, ਆਪਣੀ ਸੁੰਦਰਤਾ ਦਾ ਅਭਿਮਾਨ ਤਿਆਗ ਦੇ। ਆਪ ਛੋੜ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਬੇਨਤੀ ਕਰੋ। ਆਪਾ ਭਾਵ ਤਿਆਗ ਕੇ, ਹਉਮੈ ਹੰਕਾਰ ਨੂੰ ਤਿਆਗ ਕੇ। ਇਸੇ ਲਈ ਜਦੋਂ ਅਸੀਂ ਗੁਰੂ ਦੇ ਹਜ਼ੂਰ ਬੇਨਤੀ ਕਰਦੇ ਹਾਂ ਨਾ, ਤੇ ਆਪਾਂ ਨਿਮਰਤਾ ਦੇ ਵਿੱਚ ਹੋ ਕੇ ਅਰਦਾਸ ਕਰਨੀ ਹੈ। ਨਿਮਰਤਾ ਵਿੱਚ ਕੀਤੀ ਅਰਦਾਸ, ਇੱਕ ਵੀ ਸ਼ਬਦ ਕਹਿ ਦਿਓ ਤੇ ਪ੍ਰਵਾਨ ਹੈ। ਪਰ ਜਦੋਂ ਅਸੀਂ ਕਹਿੰਦੇ ਮੇਰੇ ਵਰਗਾ ਅਰਦਾਸੀਆ ਹੀ ਕੋਈ ਨਹੀਂ, ਮੇਰੇ ਵਰਗਾ ਸਿਆਣਾ ਵਿਦਵਾਨ ਹੀ ਕੋਈ ਨਹੀਂ, ਮੇਰੇ ਵਰਗਾ ਕੋਈ ਪ੍ਰਬੰਧਕ ਹੀ ਨਹੀਂ, ਤੇ ਭਾਵੇਂ ਸਾਰਾ ਦਿਨ ਅਰਦਾਸਾਂ ਕਰੀ ਜਾ, ਕੁਛ ਨਹੀਂ ਬਣਨ ਵਾਲਾ। ਇਸੇ ਲਈ ਸਾਹਿਬ ਕਹਿੰਦੇ, ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਤੇ ਜਨ ਕਿਹੜਾ? ਜਿਹੜਾ ਆਪਾ ਤਿਆਗ ਦੇਵੇ, ਹਉਮੈ ਹੰਕਾਰ ਨੂੰ ਤਿਆਗ ਕੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਬੇਨਤੀ ਕਰੋ ਉਸ ਮਾਲਕ ਦੇ ਅੱਗੇ, ਉਸ ਪ੍ਰਭੂ ਦੇ ਅੱਗੇ ਬੇਨਤੀ ਕਰਨਾ ਕਰੋ। ਸਾਧ ਸੰਗ ਅਗਨ ਸਾਗਰ ਤਰਹੁ। ਉਸ ਬੇਨਤੀ ਦੀ ਬਦੌਲਤ, ਗੁਰੂ ਦੀ ਰਹਿਮਤ ਦੁਆਰਾ ਸਾਧ ਸੰਗ, ਇਹ ਜਿੱਥੇ ਆਪ ਜੀ ਸੱਜ ਬੈਠੇ ਹੋ, ਸੰਗ ਤੋਂ ਭਾਵ ਸੰਗਤ ਵਿੱਚ, ਸਾਧ ਸੰਗਤ ਵਿੱਚ ਆਉਣ ਕਰਕੇ, ਸਾਧ ਸੰਗਤ ਦੀ ਪ੍ਰਾਪਤੀ ਕਰਕੇ ਅਗਨ ਸਾਗਰ ਤਰਹੁ। ਇਹ ਜੋ ਸੰਸਾਰ ਅਗਨ ਦਾ ਸਮੁੰਦਰ ਹੈ, ਆਪ ਜੀ ਰੋਜ਼ਾਨਾ ਨਿਤਨੇਮ ਕਰਦੇ ਹੋ ਨਾ, ਜੇ ਨਿਤਨੇਮ ਨਹੀਂ ਤੇ ਸਿੱਖੀ ਕਾਹਦਾ? ਤੇ ਆਪ ਜੀ ਸ਼ਾਮ ਨੂੰ ਸੋਦਰ ਜੀ ਦੇ ਪਾਠ ਕਰਦੇ ਹੋ, ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ। ਇਹ ਸੰਸਾਰ ਅਗਨ ਦਾ ਸਮੁੰਦਰ ਹੈ, ਪਦਾਰਥਾਂ ਦਾ ਪਾਣੀ ਭਰਿਆ ਹੋਇਆ ਹੈ। ਵਿਚਾਰ ਸਾਗਰ ਦੇ ਵਿੱਚ ਨਾ ਇੱਕ ਬੜਾ ਸੁੰਦਰ ਸਵਈਆ ਲਿਖਿਆ ਹੋਇਆ ਹੈ ਕਿ ਸੰਸਾਰ ਸਮੁੰਦਰ ਕਿਵੇਂ ਹੈ।
ਉਹਦੀ ਵਿਆਖਿਆ ਕਰਨ ਤੋਂ ਸਮਾਂ ਚਾਹੀਦਾ ਹੈ। ਪਾਤਸ਼ਾਹ ਕਹਿੰਦੇ ਅਗਨ ਸਾਗਰ ਤਰਹੁ, ਇਹ ਸਾਗਰ ਜਿਹੜਾ ਵਿਕਾਰਾਂ ਦੀ ਅੱਗ ਦਾ ਸਮੁੰਦਰ ਹੈ, ਇਹ ਸੰਸਾਰ ਸਮੁੰਦਰ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਤਰਹੁ ਤਰ ਜਾਓਗੇ, ਭਾਵ ਕਿ ਇਸ ਨੂੰ ਪਾਰ ਕਰ ਲਵੋਗੇ। ਹਰ ਤਨ ਕੀ ਪਰ ਲਿਹੋ ਭੰਡਾਰ, ਬੇਨਤੀ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ। ਫਿਰ ਹੋਰ ਕੀ ਚਾਹੀਦਾ ਹੈ ਜੀ? ਕਹਿੰਦੇ ਹਰ ਧਨ ਕੇ, ਹਰੀ ਪਰਮਾਤਮਾ ਦੇ ਨਾਮ ਦੇ ਧਨ ਦੇ ਭਰ ਲਿਹੋ ਭੰਡਾਰ। ਗੁਰਦੇਵ ਪਾਤਸ਼ਾਹ ਕਹਿੰਦੇ ਭੰਡਾਰ ਭਰ ਲਓ, ਨਾਮ ਦੇ ਭੰਡਾਰੇ ਭਰਨੇ ਨੇ। ਨਾ ਧਨ ਦੋ ਪ੍ਰਕਾਰ ਦਾ, ਇੱਕ ਕਾਚਾ ਧਨ ਹੈ, ਇੱਕ ਸਾਚਾ ਧਨ ਹੈ। ਗੁਰਦੇਵ ਪਾਤਸ਼ਾਹ ਨੇ ਧਨਾਸਰੀ ਰਾਗ ਦੇ ਵਿੱਚ ਬੜੇ ਅੰਮ੍ਰਿਤ ਬਚਨ ਬਖਸ਼ਿਸ਼ ਕਰਕੇ ਸਾਨੂੰ ਕਲਯੁਗੀ ਜੀਵਨ ਸਮਝਾਇਆ ਹੈ। ਸੰਸਾਰੀ ਮਨੁੱਖ ਉਹ ਵੀ ਧਨ ਇਕੱਤਰ ਕਰਦਾ ਹੈ, ਤੇ ਨਿਰੰਕਾਰੀ ਮਨੁੱਖ ਜਿਸ ਨੂੰ ਸੰਤ ਮਹਾਂਪੁਰਸ਼ ਗੁਰੂ ਦੇ ਪਿਆਰੇ ਨਾਮ ਦੇ ਰਸੀਏ ਕਹਿੰਦੇ, ਉਹ ਵੀ ਧਨ ਇਕੱਤਰ ਕਰਦੇ ਆ। ਧਨ ਉਹ ਵੀ ਚਾਹੁੰਦੇ ਨੇ, ਉਹ ਵੀ ਚਾਹੁੰਦੇ ਨੇ, ਪਰ ਸੰਸਾਰ ਜਿਹੜਾ ਹੈ ਨਾ, ਇਸ ਨੂੰ ਸਤਿਗੁਰਾਂ ਨੇ ਮੂਰਖ ਦਾ ਦਰਜਾ ਦੇ ਦਿੱਤਾ। ਕਾਚਾ ਧਨ ਸੰਚਹਿ ਮੂਰਖ ਗਾਵਾਰ। ਕਹਿੰਦੇ ਕੱਚਾ ਧਨ, ਇਹ ਕੱਚਾ ਧਨ ਜਿਹੜਾ ਧਨ ਪਦਾਰਥ ਨੇ, ਇਹ ਖਤਮ ਹੋ ਜਾਣ ਵਾਲਾ ਹੈ, ਇਹ ਨਾਲ ਨਹੀਂ ਜਾਣ ਵਾਲਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਮੂਰਖ, ਮੂਰਖਾਂ ਦਾ ਵੀ ਮੂਰਖ ਹੈ ਜਿਹੜਾ ਕੱਚਾ ਧਨ ਇਕੱਤਰ ਕਰਨ ਵਾਸਤੇ ਲੱਗਿਆ ਹੋਇਆ। ਠੀਕ ਹੈ, ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਧਨ ਚਾਹੀਦਾ ਹੈ, ਪਰ ਇਹਦਾ ਮਤਲਬ ਨਹੀਂ ਇਹ ਕਿ ਜੀਵਨ ਧਨ ਦੇ ਅਧੀਨ ਕਰ ਦਿੱਤਾ ਜਾਵੇ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਜਿਹੜੇ ਦੂਸਰੇ ਨੇ ਨਾ, ਉਹ ਸਾਚਾ ਧਨ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਸ ਗੁਰੂ ਦੇ ਪਿਆਰੇ ਇਕੱਤਰ ਕਰਦੇ ਨੇ। ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਇਹ ਨਾਮ ਦਾ ਧਨ ਹੈ, ਕਦੇ ਮੁੱਕਦਾ ਹੀ ਨਹੀਂ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਹਰੀ ਨਾਮ ਧਨ ਦੇ ਭਰ ਲਿਓ ਭੰਡਾਰ। ਤੇ ਭੰਡਾਰ ਭਰਨ ਵਾਸਤੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ, ਅਜੇ ਅਸੀਂ ਇਸ਼ਨਾਨ ਨਹੀਂ ਕੀਤਾ, ਕੋਈ ਦਾਤਨ ਕੁਰਲਾ ਨਹੀਂ ਕੀਤਾ, ਕੋਈ ਗੱਲ ਨਹੀਂ। ਸਾਹਿਬ ਕਹਿੰਦੇ ਉੱਠਦਿਆਂ ਸਾਰੀ ਜਿਤਨਾ ਵੀ ਹੋ ਸਕੇ ਨਾ, ਅੰਤਰ ਗੁਰ ਆਰਾਧਨ। ਉੱਠਦਿਆਂ ਸਾਰ ਸਿਮਰਨ ਦੇ ਵਿੱਚ 2 ਮਿੰਟ 4 ਮਿੰਟ 10 ਮਿੰਟ ਜਿੰਨਾ ਕਰ ਸਕਦਾ ਹੈ ਸ਼ੁਰੂਆਤ ਕਰ ਲੈ। ਕਈ ਵਾਰ ਕਹਿੰਦੇ ਆ ਨਾ ਕਿ ਕੰਮ ਦੀ, ਚੰਗੇ ਕੰਮ ਦੀ ਸ਼ੁਰੂਆਤ ਹੋ ਜਾਏ ਤੇ ਸਾਰਾ ਦਿਨ ਚੰਗਾ ਲੰਘ ਜਾਂਦਾ ਹੈ। ਇਸੇ ਲਈ ਸਿੱਖ ਗੁਰਦੁਆਰੇ ਆਉਂਦਾ ਕਿ ਸਾਰਾ ਦਿਨ ਸੁੱਖ ਦੇ ਵਿੱਚ ਬਤੀਤ ਹੁੰਦਾ ਹੈ। ਉੱਠਦਿਆਂ ਸਾਰ ਧਨ ਦੇ ਇਕੱਤਰ ਕਰਨ ਵਾਸਤੇ ਲੱਗਣਾ ਹੈ, ਪਰ ਨਾਮ ਦੇ ਨਾਲ। ਇਸ ਲਈ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਹਰ ਧਨ ਕੇ ਭਰ ਲਿਓ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਹੈ ਨਾਨਕ, ਉਸ ਪੂਰੇ ਗੁਰੂ ਨੂੰ ਨਮਸਕਾਰ ਹੈ, ਪੂਰੇ ਗੁਰੂ ਦੇ ਚਰਨਾਂ ਤੇ ਬੰਦਨਾ ਹੈ, ਨਮਸਕਾਰ ਹੈ। ਖੇਮ ਕੁਸਲ ਸਹਿਜ ਆਨੰਦ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਅਗਲੇ ਪਦ ਵਿੱਚ, ਖੇਮ ਕੁਸਲ। ਖੇਮ ਕਹਿੰਦੇ ਨੇ ਜਿਹੜੇ ਹਮੇਸ਼ਾ ਰਹਿਣ ਵਾਲੇ, ਖੇਮ ਕਲਿਆਣ ਮੁਕਤੀ, ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇਗੀ। ਸਾਧ ਸੰਗ ਭਜ ਪਰਮਾਨੰਦ। ਤੇ ਸਾਧ ਸੰਗਤ ਵਿੱਚ ਆ ਕੇ ਪਰਮਾਨੰਦ ਪਰਮਾਤਮਾ ਨੂੰ ਭਜਨਾ ਕਰ, ਭਾਵ ਕਿ ਸਤ ਸੰਗਤ ਕਰ, ਪਰਮਾਤਮਾ ਦੇ ਨਾਮ ਦਾ ਸਿਮਰਨ ਕਰ। ਨਰਕ ਨਿਵਾਰ ਉਧਾਰ ਹੋ ਜੀਓ। ਸਿਮਰਨ ਦੀ ਬਦੌਲਤ, ਸੰਗਤ ਦੀ ਬਦੌਲਤ ਕਹਿੰਦੇ ਨਰਕ ਨਿਵਾਰ ਉਧਾਰੋ ਜੀਓ। ਆਪਣੇ ਜੀਓ, ਆਪਣੇ ਜੀਵਾਤਮਾ ਨੂੰ, ਜਿੰਦ ਨੂੰ ਆਤਮਿਕ ਅਡੋਲਤਾ ਦੀ ਪ੍ਰਾਪਤੀ ਹੋ ਜਾਏਗੀ। ਜਿੰਦ ਜਿਹੜੀ ਹੈ ਨਾ, ਉਹ ਨਰਕਾਂ ਤੋਂ ਉਧਾਰੋ ਬਚਾ ਲਵੋਗੇ, ਨਰਕਾਂ ਤੋਂ ਬਚ ਜਾਓਗੇ, ਭਾਵ ਕਿ ਜੰਮਣ ਮਰਨ ਦੇ ਚੱਕਰ ਚੋਂ ਖੁਲਾਸੀ ਮਿਲ ਜਾਏਗੀ। ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਇਸ ਲਈ ਭਾਈ ਗੋਬਿੰਦ ਦੇ ਗੁਣ ਜੋ ਅੰਮ੍ਰਿਤ ਰਸ ਹੈ, ਵਿਖੇ ਰਸ ਫੀਕਾ ਤਿਆਗ ਰੀ ਸਖੀਏ,
ਨਾਮ ਮਹਾਰਸ ਪੀਓ। ਨਾਮ ਦਾ ਰਸ ਅੰਮ੍ਰਿਤ ਰਸ ਹੈ, ਇਸ ਰਸ ਨੂੰ ਚਖਣਾ ਕਰ। ਚਿਤ ਚਿਤਵੋ ਨਾਰਾਇਣ ਏਕ। ਆਪਣੇ ਚਿੱਤ ਦੇ ਵਿੱਚ ਚਿਤਵਨਾ ਕਰੋ, ਆਪਣੇ ਮਨ ਵਿੱਚ ਨਾਰਾਇਣ ਪਰਮਾਤਮਾ ਜੋ ਇੱਕ ਹੈ, ਲਾ ਸ਼ਰੀਕ ਹੈ, ਲਾ ਮੁਕਾਮ, ਲਾ ਮਿੱਠਾ ਠਾਮ ਹੈ। ਭਾਵ ਕਿ ਉਸ ਮਾਲਕ ਨੂੰ, ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਜਪਣਾ ਕਰ, ਆਪਣੇ ਮਨ ਅੰਤਿਸ਼ਵ ਕਰਨ ਵਿੱਚ ਉਸ ਨੂੰ ਵਸਾਉਣਾ ਕਰ। ਏਕ ਰੂਪ ਜਾ ਕੇ ਰੰਗ ਅਨੇਕ। ਉਹ ਪਰਮਾਤਮਾ ਕਿਹੜਾ ਹੈ ਜਿਸ ਨੂੰ ਆਪਣੇ ਚਿੱਤ ਵਿੱਚ ਯਾਦ ਕਰਨਾ ਹੈ? ਤੇ ਸਾਹਿਬ ਕਹਿੰਦੇ ਨੇ ਉਹ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਰੰਗ ਅਨੇਕ, ਜਿਸ ਦੇ ਅਨੇਕਾਂ ਰੰਗ ਨੇ ਪਰ ਰੂਪ ਇੱਕ ਹੈ। ਉਹ ਨਿਰਗੁਣ ਸਰੂਪ ਕਰਕੇ ਇੱਕ ਹੈ, ਕੋਈ ਰੂਪ ਰੰਗ ਨਹੀਂ। ਸਰਗੁਣ ਸਰੂਪ ਕਰਕੇ ਤੁਸੀਂ ਸਾਰੇ ਪਰਮਾਤਮਾ ਦਾ ਹੀ ਸਰੂਪ, ਤੁਹਾਡੇ ਸਾਰਿਆਂ ਵਿੱਚ ਹੀ ਪਰਮਾਤਮਾ ਵਸਿਆ ਹੋਇਆ। ਏਕ ਰੂਪ ਜਾਂ ਕੇ ਰੰਗ ਅਨੇਕ, ਜਾਂ ਕੇ ਜਿਸ ਪਰਮਾਤਮਾ ਦੇ ਅਨੇਕਾਂ ਰੰਗ ਨੇ, ਉਸ ਮਾਲਕ ਨੂੰ ਜਪਣਾ ਕਰ। ਗੋਪਾਲ ਦਾਮੋਦਰ ਦੀਨ ਦਿਆਲ। ਉਹ ਮਾਲਕ ਦੇ ਅਨੇਕਾਂ ਨਾਮ ਨੇ, ਕਿਉਂਕਿ ਤੇਰੇ ਨਾਮ ਅਨੇਕਾਂ, ਰੂਪ ਅਨੰਤਾ ਕਹਿਣ ਨ ਜਾਈ ਤੇਰੇ ਗੁਣ ਕੀਤੇ। ਉਹਦੇ ਗੁਣ ਨਹੀਂ ਕਹੇ ਜਾ ਸਕਦੇ, ਨਾਮ ਨਹੀਂ ਕਹੇ ਜਾ ਸਕਦੇ, ਰੂਪ ਨਹੀਂ ਕਹੇ ਜਾ ਸਕਦੇ, ਪਰ ਵਾਸਤਵ ਦੇ ਵਿੱਚ ਉਹ ਇੱਕ ਹੀ ਹੈ। ਇਸ ਲਈ ਪਾਤਸ਼ਾਹ ਕਹਿੰਦੇ ਨੇ ਗੋਪਾਲ ਪ੍ਰਿਥਵੀ ਪਾਲਕ, ਦਾਮੋਦਰ ਪਰਮਾਤਮਾ ਦਾ ਨਾਮ ਹੈ, ਦੀਨ ਦੀਨਾ ਤੇ ਦਇਆ ਕਰਨ ਵਾਲੇ ਦਿਆਲੂ ਕਿਰਪਾਲੂ ਹੈ। ਇਹ ਸਾਰੇ ਪਰਮਾਤਮਾ ਦੇ ਨਾਮ ਨੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਾਗ ਮਾਰੂ ਰਾਗ ਵਿੱਚ ਗੋਪਾਲ ਪਾਤਸ਼ਾਹ ਨੇ, ਦਿਆਲ ਨੇ ਅਨੇਕਾਂ ਨਾਮ ਉਚਾਰਨ ਕੀਤੇ ਨੇ। ਅਚੁੱਤ, ਪਾਰ ਬ੍ਰਹਮ ਪਰਮੇਸ਼ਰ ਅੰਤਰਜਾਮੀ, ਮਧਸੂਦਨ ਦਾਮੋਦਰ ਸੁਆਮੀ, ਰਿਖੀਕੇਸ਼ ਗੋਵਰਧਨ ਧਾਰੀ, ਮੁਰਲੀ ਮਨੋਹਰ ਰੰਗਾ। ਅਨੇਕਾਂ ਹੀ ਰੰਗ ਨੇ। ਤੇ ਕਈ ਜਿਹੜੇ ਕੱਟਣ ਨੇ ਰਾਮ ਕਹਿ ਦੇ, ਤੇ ਉਹਨਾਂ ਨੂੰ ਥੋੜੀ ਖਾਰਸ਼ ਹੋਣ ਲੱਗ ਪੈਂਦੀ ਵੀ ਰਾਮ ਕਿਉਂ ਕਹਿ ਦਿੱਤਾ, ਇਹਨੇ ਅੱਲਾ ਕਿਉਂ ਕਹਿ ਦਿੱਤਾ। ਉਹ ਭਲਿਆ ਸਾਰਿਆਂ ਵਿੱਚ ਹੀ ਤੇ ਉਹ ਹੈ, ਉਹਦੇ ਬਿਨਾਂ ਤਾਂ ਕੋਈ ਦੂਸਰਾ ਨਹੀਂ। ਅਨੇਕਾਂ ਉਹਦੇ ਨਾਮ ਨੇ, ਤੇ ਕੋਈ ਕਿਸੇ ਨਾਮ ਨਾਲ ਜਪ ਲਵੇ। ਦੁਖ ਭੰਜਨ ਪੂਰਨ ਕਿਰਪਾਲ। ਉਹਦਾ ਸੁਭਾਅ ਕੈਸਾ ਏ, ਉਹਦੇ ਗੁਣ ਕੈਸੇ ਨੇ? ਕਹਿੰਦੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ, ਪੂਰਨ ਹੈ, ਉਹਦੇ ਵਿੱਚ ਕੋਈ ਊਣਤਾ ਨਹੀਂ, ਕਿਰਪਾਲੂ ਹੈ। ਸਿਮਰ ਸਿਮਰ ਨਾਮ ਬਾਰੰਗਬਾਰ। ਇਸ ਲਈ ਸਾਹਿਬ ਕਹਿੰਦੇ ਨੇ ਭਾਈ ਸਿਮਰ ਸਿਮਰ ਨਾਮ ਬਾਰੰਬਾਰ। ਉਸ ਮਾਲਕ ਦੇ ਨਾਮ ਨੂੰ ਵਾਰੰਵਾਰ ਸਿਮਰਨਾ ਕਰ। ਇਹ ਨਹੀਂ ਕਿ 10 ਦਿਨ ਸਿਮਰਨਾ, 40 ਦਿਨ ਸਿਮਰਨਾ ਨਹੀਂ, ਹਮੇਸ਼ਾ ਸਿਮਰਨਾ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਪ ਜੀ ਨੇ ਪਹਿਲੋਂ ਸਰਵਣ ਕੀਤਾ। ਸਵਾਸ ਸਵਾਸ ਕਰਕੇ ਉਸ ਮਾਲਕ ਦੇ ਨਾਮ ਨੂੰ ਜਪਣਾ ਕਰ। ਨਾਨਕ ਜੀ ਕਾ ਇਹ ਆਧਾਰ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ, ਹੈ ਨਾਨਕ ਉਹੀ ਤੇਰੇ ਜੀ ਦਾ ਆਧਾਰ ਹੈ, ਉਹੀ ਤੇਰੀ ਜਿੰਦ ਦਾ ਆਸਰਾ ਹੈ। ਹੋਰ ਕਿਸੇ ਨੇ ਤੇਰਾ ਸਹਾਇਕ ਨਹੀਂ ਬਣਨਾ, ਕੋਈ ਤੇਰਾ ਸਹਾਰਾ ਨਹੀਂ। ਉਹ ਮਾਲਕ ਤੇਰਾ ਸਹਾਰਾ ਏ। ਤੇ ਜਿਹੜਾ ਸਹਾਰਾ ਹੋਵੇ ਨਾ, ਉਸ ਨੂੰ ਹਮੇਸ਼ਾ ਯਾਦ ਰੱਖੀਦਾ, ਉਸ ਨੂੰ ਹਮੇਸ਼ਾ ਆਪਣੇ ਮਨ ਵਿੱਚ ਵਸਾ ਕੇ ਰੱਖੀਦਾ, ਤਾਂ ਕਿ ਜਦੋਂ ਵੀ ਲੋੜ ਪਵੇ ਉਹ ਤੇਰੇ ਅੰਗ ਸੰਗ ਹੈ। ਇਸੇ ਲਈ ਸਾਹਿਬ ਕਹਿੰਦੇ ਸਦਾ ਅੰਗ ਸੰਗੇ, ਅਭੰਗੰ ਬੇਭੂਤੇ ਮਾਲਕ ਹਮੇਸ਼ਾ ਨਾਲ ਤੇਰੇ। ਤੇ ਨਾਨਕ ਜੀ ਕਾ ਇਹ ਉਧਾਰ। ਹੈ ਨਾਨਕ ਇਹੀ ਜੀ ਕਾ ਜਿੰਦ ਦਾ ਪ੍ਰਾਣਾ ਦਾ ਆਧਾਰ ਆਸਰਾ ਹੈ। ਗੁਰੂ ਪਾਤਸ਼ਾਹ ਗੁਰਦੇਵ ਪੰਚਮ ਪਿਤਾ ਜੀ ਨੇ ਅਪਾਰ ਬਖਸ਼ਿਸ਼ ਕਰਕੇ ਸਾਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਤੇ ਉਪਦੇਸ਼ ਦੇ ਵਿੱਚ ਸਿਧਾਂਤ ਹੈ ਕਿ ਭਾਈ ਸਵਾਸ ਸਵਾਸ ਕਰਕੇ ਉਸ ਮਾਲਕ ਦਾ ਨਾਮ ਜਪਤ, ਉਠਤ ਬੈਠਤ ਸੋਵਤ ਧਿਆਈਐ,
ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿੰਦਿਆਂ ਘਰ ਵਿੱਚ ਬਾਹਰ ਵਿੱਚ ਹਮੇਸ਼ਾ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਹੈ ਤੇ ਉਹ ਤੇਰੇ ਹਮੇਸ਼ਾ ਸਹਾਇਕ ਬਣੇਗਾ। ਗੁਰੂ ਬਖਸ਼ਿਸ਼ ਕਰੇ। ਸਤਿਗੁਰਾਂ ਨੇ ਅਪਾਰ ਰਹਿਮਤ ਕੀਤੀ, ਆਪਣੀ ਵਿਚਾਰ ਆਪ ਕਰਵਾਈ ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਗੁਰੂ ਕੀ ਗੁਰੂ ਸਰੂਪ ਸਾਧ ਸੰਗਤ ਜੀ ਦਾ, ਪ੍ਰਬੰਧਕਾਂ ਦਾ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਹੋਈਆਂ ਭੁੱਲਾਂ ਨਾ ਚਿਤਾਰ ਦਵੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹ